ਛੋਟੀ ਨਾਲ 2 ਦਫ਼ਾ ਜ਼ਿਆਦਤੀ ਕੀਤੀ, ਉਹਦੇ ਪਿਓ ਨੇ 1 ਦਫ਼ਾ ਕੀਤੀ, 1 ਦਫ਼ਾ ਪੁੱਤਰ ਨੇ ਕੀਤੀ ਹੈ। ਤੇ ਜਿਹੜੀ ਵੱਡੀ ਬੇਟੀ ਉਹਦੇ ਨਾਲ ਹੱਦ ਪਾਰ ਕਰਨ ਤਰ੍ਹਾਂ ਹੀ ਕਰ ਛੱਡੀ ਤੇ ਸੁਤੇਲੇ ਬੇਟੇ ਨੇ ਵੀ ਆਪਣੀਆਂ ਸੁਤੇਲੀਆਂ ਭੈਣਾਂ ਦੇ ਨਾਲ ਜ਼ਿਆਦਤੀ ਕੀਤੀ ਜੀ। ਤੇ ਪਾਰ ਹੀ ਕਰ ਛੱਡੀ ਹੈ। ਵੱਡੀ ਬੇਟੀ ਦੇ ਨਾਲ ਤੇ ਹੱਦ ਪਾਰ ਹੀ ਕਰ ਛੱਡੀ ਹੈ ਨਾ। 9 ਮਹੀਨੇ ਡਾਕਟਰਾਂ ਨੇ ਮਨਾ ਕੀਤਾ, ਬਕਾਇਦਾ ਰਿਪੋਰਟ ਤੇ ਲਿਖ ਕੇ ਦਿੰਦੇ ਸਾਂ, ਲੇਕਿਨ ਸ਼ਰਾਬ ਪੀ ਲਓ, ਭੁੱਗੀ ਪੀ ਲਓ, ਟਾਈਮ ਵਾਲੀਆਂ ਗੋਲੀਆਂ ਖਾ ਲਓ, ਸਾਰਾ ਕੁਛ ਕਰ ਕਰਾ ਕੇ ਤੇ ਮੇਰੀ ਧੀ ਦੇ ਮੂੰਹ ਦੇ ਨਿਸਤ ਵੱਜ ਗਿਆ। ਮਗਰ ਹੁੰਦੀ ਬਾਤ ਦਿਮਾਗ 'ਚ ਸੱਟ ਪਹਿਲੇ ਮਾਰਦਾ ਸੀ, ਦਿਮਾਗ ਹੀ ਘੁੰਮ ਜਾਂਦਾ, ਸੁੱਧ ਬੁੱਧ ਰਹਿੰਦੀ ਕੋਈ ਨਹੀਂ ਕਿ ਗੱਲ ਅੱਗੋਂ ਮੈਂ ਕਿਹੜੀ ਕੀਤੀ ਤੇ ਮੈਨੂੰ ਚਪੇੜ ਪਈ ਕਿੱਥੋਂ ਹੋਵੇ। ਛੋਟੀ ਬੱਚੀ ਨਾਲ ਜ਼ਿਆਦਤੀ ਹੋਈ ਨਾ, ਉਹਨੇ ਮੈਨੂੰ ਦੱਸਿਆ ਤੇ ਨਾਲ ਹੀ ਫਿਰ ਮੈਨੂੰ ਵੱਡੀ ਬੱਚੀ ਨੇ ਵੀ ਦੱਸ ਛੱਡਿਆ ਕਿ ਮਾਮਾ ਮੇਰੇ ਨਾਲ ਪਾਪਾ ਨੇ ਇੰਝ ਜ਼ਿਆਦਤੀ ਕੀਤੀ है 2 ਤੋਂ 3 दफ़ा। 3 साल हो गए हैं तकरीबन इस गल नूं। अस्सलाम वालेकुम नाज़रीन, मैं हूं एडी मलक और मेरी आज की वीडियो इंतहाई अफसोसनाक है। यकीन करें, जब आप इस वाक़े को सुनेंगे तो आपका दिल खून के आंसू रोएगा कि कोई ऐसा शख्स जो एक बाप, जिस बाप का जो रिश्ता रखता हो, जो बाप का दर्जा रखता हो, वो बाप एक दरिंदा कैसे बन गया। एक बाप ने अपने ही बेटे के साथ मिलकर अपनी 2 बेटियों का जिनसी इस्तेहसाल किया। मेरे साथ उन मासूम बेटियों की वालिदा मौजूद है, उनसे बात करते हैं और उनसे इस वाक़े की जो तफसील है वो लेने की कोशिश करते हैं कि ये सारा मामला क्या हुआ था। अस्सलाम वालेकुम जी। वालेकुम सलाम। आपकी क्या नाम है आपका? मुकद्दस बीबी। अच्छा, मैनूं तुसीं दसो कि की होया सी वाक़या ते तुहाडी शादी जिस शख्स दे नाल होई सी, किस तरह होई सी ते कदों होई सी? 8 साल हो गए ने मेरी शादी नूं भाई। ते की नां लेदा 8 साल ਦੇ ਵਿੱਚ ਮਤਲਬ ਮੇਰੇ ਨਾਲ ਜ਼ੁਲਮ ਕਰਦਾ ਰਿਹਾ, ਮੈਨੂੰ ਮਾਰਦਾ ਰਿਹਾ, ਬਾਅਦ 'ਚ ਮੇਰੇ ਤੋਂ ਹਟਿਆ, ਮੇਰੀ ਵੱਡੀ ਬੱਚੀ ਦੇ ਨਾਲ ਮਤਲਬ ਜ਼ਿਆਦਤੀ ਹੁੰਦੀ ਰਹੀ ਹੈ। ਮੈਨੂੰ ਇਸ ਚੀਜ਼ ਦਾ ਨਹੀਂ ਸੀ ਪਤਾ ਹੈ, ਮਹਿਸੂਸ ਕਰ ਨਹੀਂ ਸਾਂ, ਲੇਕਿਨ ਦਬਾਓ ਇਸ ਕਦਰ ਨਾਲ ਪਾਇਆ ਗਿਆ ਸੀ ਤੇ ਮੈਂ ਮਤਲਬ ਪੁੱਛਣ ਵੀ ਲੱਗ ਨਹੀਂ ਸੀ ਮਤਲਬ ਦੱਸਦੀ ਹੈ ਬੱਚੀ। ਫਿਰ ਬਾਅਦ 'ਚ ਜਦੋਂ 8ਵੀਂ ਮਰਮਲ ਦੇ ਮੈਂ ਆਪਰੇਟ ਹੋਇਆ ਵੇ ਤੇ ਉਦੋਂ ਛੋਟੀ ਬੱਚੀ ਨੂੰ ਪੁੱਛਿਆ ਤੇ ਉਹਦੇ ਨਾਲ ਲੱਗ ਕੇ ਤੇ ਫਿਰ ਵੱਡੀ ਵੀ ਰੋਈ ਹੈ ਮੇਰੇ ਨਾਲ ਕਿ ਮਾਮਾ ਮੇਰੇ ਨਾਲ ਵੀ ਪਾਪਾ ਨੇ ਇੰਝ ਡਰਾਵਾ ਪਾਇਆ, ਮੈਨੂੰ ਦੱਸਿਆ ਹੈ, ਮਾਰਿਆ ਮੈਨੂੰ ਕਿ ਤੂੰ ਮਾਂ ਨੂੰ ਦੱਸਿਆ ਤੈਨੂੰ ਵੀ ਮਾਰ ਛੱਡਾਂਗਾ, ਨਾਲ ਤੁਹਾਨੂੰ ਦੋਵਾਂ ਨੂੰ ਵੀ ਮਾਰ ਛੱਡਾਂਗਾ ਤੇ ਅੱਗੇ ਤੁਹਾਨੂੰ ਪੁੱਛਣ ਵਾਲਾ ਵੀ ਕੋਈ ਨਹੀਂ ਹੋਣਾ। ਤੇ ਬਾਜੀ, ਤੁਹਾਡਾ ਸ਼ੋਹਰ ਜਿਹਦੇ ਨਾਲ ਤੁਹਾਡੀ 8 ਸਾਲ ਪਹਿਲੇ ਸ਼ਾਦੀ ਹੋਈ ਸੀ, ਉਹਦਾ ਨਾਮ ਕੀ ਹੈ ਤੇ ਤੁਸੀਂ ਕਿੱਥੇ ਰਹਿੰਦੇ ਸੀ ਉਹਦੇ ਨਾਲ? ਇਹਦੇ ਨਾਲ ਸ਼ਾਦੀ ਹੋਈ ਸੀ ਭਾਈ 8 ਸਾਲ ਹੋ ਗਏ। ਇਹਦਾ ਨਾਮ ਕੀ ਹੈ ਨਾ? ਅਬਦੁਲ ਜੱਬਾਰ। ਅੱਛਾ, ਅਬਦੁਲ ਜਬਾਰ ਦੇ ਨਾਲ ਤੁਹਾਡੀ 8 ਸਾਲ ਪਹਿਲੇ ਸ਼ਾਦੀ ਹੋਈ ਸੀ। ਫਿਰ ਇਹ ਜਿਹੜਾ ਤੁਹਾਡੀ ਬੱਚੀ ਦੇ ਨਾਲ ਉਹਨੇ ਗਲਤ ਕਾਰੀਆਂ ਸ਼ੁਰੂ ਕਰ ਦਿੱਤੀਆਂ, ਤੁਹਾਨੂੰ ਬੱਚੀਆਂ ਨੇ ਦੱਸਿਆ ਹੀ ਨਹੀਂ ਸਿਰੇ ਤੋਂ, ਤੇ ਫਿਰ ਪਤਾ ਕਿਵੇਂ ਚੱਲਿਆ ਸੀ? ਮੈਨੂੰ ਬੱਚੀ ਨੇ ਨਹੀਂ ਸੀ ਦੱਸਿਆ ਹੈ, ਮੈਨੂੰ ਕਹਿੰਦੀ ਸੀ ਕਿ ਮਾਮਾ ਮੈਨੂੰ ਕੁਛ ਵੀ ਨਹੀਂ, ਕੁਛ ਉਹਦੀ ਤਬੀਅਤ ਤੋਂ ਵੇਖਿਆ ਜਾਂਦਾ ਸੀ, ਉਹਦੀ ਤਬੀਅਤ ਤੋਂ ਹਿਸਾਬ ਲਾਇਆ ਜਾਂਦਾ ਸੀ। ਹੋਸਪਿਟਲ ਲੈ ਕੇ ਜਾਂਦੀ ਸਾਂ ਤੇ ਮੈਨੂੰ ਹੋਸਪਿਟਲ ਆਇਆ ਕਹਿੰਦੇ ਆ ਖੂਨ ਦੀ ਕਮੀ ਹੈ ਬੱਚੀ ਨੂੰ। ਤੇ ਫਿਰ ਜਦੋਂ ਛੋਟੀ ਬੱਚੀ ਨਾਲ ਜ਼ਿਆਦਤੀ ਹੋਈ ਨਾ, ਉਹਨੇ ਮੈਨੂੰ ਦੱਸਿਆ ਤੇ ਨਾਲ ਹੀ ਫਿਰ ਮੈਨੂੰ ਵੱਡੀ ਬੱਚੀ ਨੇ ਵੀ ਦੱਸ ਛੱਡਿਆ ਕਿ ਮਾਮਾ ਮੇਰੇ ਨਾਲ ਪਾਪਾ ਨੇ ਇੰਝ ਜ਼ਿਆਦਤੀ ਕੀਤੀ ਹੈ 2 ਤੋਂ 3 ਦਫ਼ਾ। 3 ਸਾਲ ਹੋ ਗਏ ਨੇ ਤਕਰੀਬਨ ਇਸ ਗੱਲ ਨੂੰ, 2-3 ਸਾਲ। ਤੇ ਕਰਕੇ ਤੇ ਬਾਅਦ 'ਚ ਮੈਨੂੰ ਇਹੋ ਹੀ ਧਮਕੀ ਦਿੱਤੀ ਜਾਂਦੀ ਸੀ, ਤੇਰੀ ਮਾਂ ਨੂੰ ਵੀ ਕਤਲ ਕਰ ਦਾਂਗਾ, ਨਾਲ ਤੁਹਾਨੂੰ ਵੀ ਮਾਰ ਦਾਂਗਾ, ਸਾਹ ਘੁੱਟ ਕੇ ਤੁਹਾਡਾ। ਤੁਹਾਡੀ ਬੱਚੀ ਜਿਹੜੀ ਵੱਡੀ ਹੈ ਉਹਦੀ ਉਮਰ ਕਿੰਨੀ ਹੈ ਜਿਹਦੇ ਨਾਲ ਉਹ 3 ਸਾਲ ਤੋਂ ਜ਼ਿਆਦਤੀ ਕਰਦਾ ਆ ਰਿਹਾ ਸੀ? 13 ਤੋਂ 14 साल उम्र है उसकी बच्ची की। ਤੇ ਜਿਹੜੀ ਛੋਟੀ ਬੱਚੀ ਉਹਦੀ ਕਿੰਨੀ ਉਮਰ ਜੇ? उसकी उम्र 11 साल। ਤੁਹਾਨੂੰ ਬੱਚੀਆਂ ਨੇ ਦੱਸਿਆ ਹੀ ਨਹੀਂ, ਐਡਾ ਉਹਨੇ ਇਹਨਾਂ ਨੂੰ ਬੱਚਿਆਂ ਨੂੰ ਡਰਾ ਦਿੱਤਾ ਸੀ? हैवी किस्म ਦਾ ਭਾਈ ਉਹਨਾਂ ਨੇ ਬਹੁਤ ਹੀ ਹੈਵੀ ਕਿਸਮ ਦਾ ਡਿਪਰੈਸ਼ਨ ਰੱਖਿਆ ਸੀ ਬੱਚੀਆਂ ਤੇ ਵੀ ਔਰ ਮੇਰੇ ਤੇ ਵੀ। ਮੈਨੂੰ ਵੀ ਆਂਹਦੇ ਤੂੰ ਦੱਸਿਆ ਨਾ ਤੇ ਆਉਣਾ ਮੁੜ ਤੋਂ ਇੱਥੇ ਹੀ ਆ ਤੇ ਭੈਣਾਂ ਤੇਰੀਆਂ ਅੱਗੇ ਇੰਨੇ ਜੋਗੀਆਂ ਨੇ। ਗੱਲ ਮਗਰ ਹੁੰਦੀ ਬਾਤ ਦਿਮਾਗ 'ਚ ਸੱਟ ਪਹਿਲੇ ਮਾਰਦਾ ਸੀ, ਦਿਮਾਗ ਹੀ ਘੁੰਮ ਜਾਂਦਾ, ਸੁੱਧ ਬੁੱਧ ਰਹਿੰਦੀ ਕੋਈ ਨਹੀਂ ਕਿ ਗੱਲ ਅੱਗੋਂ ਮੈਂ ਕਿਹੜੀ ਕੀਤੀ ਤੇ ਮੈਨੂੰ ਚਪੇੜ ਪਈ ਕਿੱਥੋਂ ਹੋਵੇ। ਤੇ ਇਸ ਕਦਰ ਮੇਰੀ ਬੱਚਿਆਂ ਨਾਲ ਵੀ ਜ਼ਿਆਦਤੀ ਹੋਈ ਹੈ, ਮੇਰੇ ਨਾਲ ਵੀ ਹੋਈ ਗਈ ਹੈ। ਇੱਕ ਦਫ਼ਾ ਤੇ ਮੇਰੇ ਅੱਗੇ ਮੰਨਿਆ ਪਿਓ, ਉਹਨੇ ਨਿਆਂ ਦਿੱਤਾ ਵੇ। ਜਿੱਦਣ 8ਵੀਂ ਮਰਮਲ ਆਪਰੇਟ ਹੋਇਆ ਉਹਨੇ ਕਿਹਾ ਮੇਰੇ ਅੱਗੇ ਕੁਰਾਨ ਪਿਆ ਹੈ, ਮੈਨੂੰ ਇਹਦੀ ਮਾਰ ਵਗਰ ਕੇ ਮੈਂ ਬੱਚੀ ਨੂੰ ਹੱਥ ਲਾਇਆ ਹੋਏ ਜਾਂ ਵੇਖਿਆ ਹੋਏ, ਇੰਨਾ ਪੈਰਾਂ ਤੇ ਖਲੋਤਿਆ ਕੁਰਾਨ ਦਾ ਅੱਲਾ ਮੈਨੂੰ ਵਹਾ ਦੇ ਨਿਆਂ। ਤੇ ਫਿਰ ਉਹਨਾਂ ਪੈਰਾਂ ਤੇ ਅੱਲਾ ਪਾਕ ਨੇ ਨਿਆਂ ਵਹਾਇਆ 10ਵੀਂ ਮਰਹਮ ਵਾਲੇ ਦਿਨ ਜਿੱਦਣ ਕੁਰਾਨ ਉਠਾ ਕੇ ਉਹਨੇ ਕਸਮ ਦਿੱਤੀ ਹੈ ਤੇ ਫਿਰ ਇਹਨੂੰ ਥਾਣੇ ਜੇਲੇ ਅਸੀਂ ਕਰਾਇਆ ਗਿਆ। ਉਹਨਾਂ ਪੈਰਾਂ ਤੇ ਅੱਲਾ ਨੇ ਵਹਾ ਤੇ ਇਹਨੇ ਕੁਰਾਨ ਝੂਠਾ ਚੁੱਕਿਆ ਸੀ ਤੇ ਮੇਰਾ ਹੁਣ ਆਖਰੀ ਇਹੋ ਹੀ ਫੈਸਲਾ ਹੈ ਕਿ ਮੈਂ ਇਹਦੇ ਕੋਲ ਮੁੱਕਣਾ ਤੇ ਉਸ ਤੋਂ ਬਾਅਦ ਇਨਸਾਫ ਚਾਹੀਦਾ ਹੈ। ਬਾਜੀ, ਤੁਸੀਂ ਜਿਹੜਾ ਮੁਕੱਦਮਾ ਦਰਜ ਕਰਵਾਇਆ ਹੈ, ਉਹਦੇ 'ਚ ਤੁਸੀਂ 2 ਮੁਲਜ਼ਮ ਜਿਹੜੇ ਹੈਗੇ ਨਾ ਉਹ ਲਿਖਵਾਏ ਨੇ, ਇੱਕ ਤੁਹਾਡਾ ਸ਼ੋਹਰ ਹੈ ਤੇ ਜਿਹੜਾ ਦੂਸਰਾ ਮੁਲਜ਼ਮ ਬਾਬਰ ਹੈ, ਇਹ ਕੌਣ ਹੈਗਾ ਜੀ? ਅਬਦੁਲ ਜਬਾਰ ਦਾ ਬੇਟਾ ਹੀ ਹੈ ਬਾਬਰ। ਯਾਨੀ ਕਿ ਤੁਹਾਡਾ ਸੁਤੇਲਾ ਬੇਟਾ ਹੈਗਾ ਜੀ? ਮੇਰਾ ਸਤੇਲਾ ਬੇਟਾ ਵੇ ਇਹ ਬਾਬ। ਇਹਨੇ ਵੀ ਤੁਹਾਡੇ ਸੁਤੇਲੇ ਬੇਟੇ ਨੇ ਵੀ ਆਪਣੀਆਂ ਸੁਤੇਲੀਆਂ ਭੈਣਾਂ ਦੇ ਨਾਲ ਜ਼ਿਆਦਤੀ ਕੀਤੀ ਜੀ? ਹੱਦ ਪਾਰ ਹੀ ਕਰ ਛੱਡੀ ਹੈ। ਵੱਡੀ ਬੇਟੀ ਦੇ ਨਾਲ ਤੇ ਹੱਦ ਪਾਰ ਹੀ ਕਰ ਛੱਡੀ ਹੈ ਨਾ। ਛੋਟੀ ਨਾਲ 2 ਦਫ਼ਾ ਜ਼ਿਆਦਤੀ ਕੀਤੀ, ਉਹਦੇ ਪਿਓ ਨੇ 1 ਦਫ਼ਾ ਕੀਤੀ, 1 ਦਫ਼ਾ ਪੁੱਤਰ ਨੇ ਕੀਤੀ ਹੈ।
ਤੇ ਜਿਹੜੀ ਵੱਡੀ ਬੇਟੀ ਉਹਦੇ ਨਾਲ ਹੱਦ ਪਾਰ ਕਰਨ ਤਰ੍ਹਾਂ ਹੀ ਕਰ ਛੜੀ, ਸਜ਼ਾ ਤੋਂ ਵੱਡੀ ਸਜ਼ਾ ਵੀ ਹੋਏ ਨਾ ਉਹ ਇਹਨੂੰ ਦਿੱਤੀ ਜਾਏ। ਅਗਰ ਦੇ ਸਕਦੇ ਨੇ ਤੇ ਪੁਲਿਸ ਵਾਲੇ ਦੇਣਾ ਚਾਹੁੰਦੇ ਨੇ, ਲੇਕਿਨ ਮੈਨੂੰ ਅੱਜ ਹਫ਼ਤਾ ਹੋ ਗਿਆ ਬਈ ਮੈਂ ਫਿਰਨੀ ਪਈ ਹਾਂ ਤੇ ਕੋਈ ਇਨਸਾਫ ਵਾਲੀ ਚੀਜ਼ ਮੈਨੂੰ ਅਜੇ ਤੱਕ ਨਹੀਂ ਮਿਲੀ ਹੈ। ਹੱਦ ਤੋਂ ਜ਼ਿਆਦਾ ਇਸ ਕਦਰ ਇਹਨੇ ਜ਼ਿਆਦਤੀ ਕੀਤੀ ਹੈ ਮੇਰੀ ਬੇਟੀ ਨਾਲ, ਵੱਡੀ ਨਾਲ, ਬਾਪ ਨੇ ਵੀ ਬੇਟੀ ਨੇ ਵੀ, ਕਿ ਮੈਂ ਨਹੀਂ ਲਫ਼ਜ਼ ਬੋਲ ਸਕਦੀ ਬਾਈ। ਇਲਫ ਲਿਲਾ ਜ਼ਿਆਦਤੀ ਜਿੰਜ ਕੀਤੀ ਜਾਂਦੀ ਹੈ ਨਾ ਉਸ ਕਦਰ ਕੀਤੀ ਗਈ ਹੈ। ਤੇ ਬਾਹਰ ਦੇ ਵਿੱਚੋਂ ਫਿਰ ਨਿਸ਼ਾਨ ਵੀ ਕਈ ਟਾਈਮ ਤੇ ਮੈਂ ਵੇਖੇ ਜਾਂਦੇ ਹਾਂ, ਗਰਦਨ ਤੋਂ ਫੜ ਕੇ ਦਬਾਇਆ ਜਾਂਦਾ ਕਿ ਗੱਲ ਨਹੀਂ ਕਰਨੀ, ਉੱਥੋਂ ਦਬਾਇਆ ਜਾਂਦਾ ਸੀ ਕਿ ਜਿੱਥੋਂ ਨਿਸ਼ਾਨ ਮੈਂ ਨਾ ਵੇਖ ਸਕਾਂ ਬਾਈ। ਤੁਹਾਡੇ ਬੱਚੇ ਕਿੰਨੇ ਹੈਗੇ ਨੇ? 4 ਬੇਟੀਆਂ ਨੇ ਮੇਰੀਆਂ, ਅਬਦੁਲ ਜਬਾਰ 'ਚ 2 ਬੇਟੀਆਂ ਮੇਰੇ ਪਹਿਲੇ ਸ਼ੌਹਰ 'ਚੋਂ ਨੇ, ਜਿਨ੍ਹਾਂ ਨਾਲ ਇਹ ਵਕੂਆ ਹੋਇਆ ਗਿਆ ਹੈ। ਇਹ ਜਿਹੜੀਆਂ ਤੁਹਾਡੀਆਂ ਬੇਟੀਆਂ ਦੇ ਨਾਲ ਜਿਹੜੇ ਕੁਝ ਇਹਨਾਂ ਨੇ ਜ਼ਿਆਦਤੀ ਦੋਵਾਂ ਪਿਓ ਪੁੱਤਰਾਂ ਨੇ ਕੀਤੀ ਹੈ, ਇਹ ਤੁਹਾਡੇ ਪਹਿਲੇ ਸ਼ੌਹਰ ਦੇ ਵਿੱਚ ਹੈਗੀਆਂ ਸੀ? ਜੀ ਭਾਈ ਇਹ ਮੇਰੇ ਪਹਿਲੇ ਸ਼ੌਹਰ 'ਚੋਂ ਸਨ, ਇਸ ਵਜ੍ਹਾ ਤੋਂ ਇਹ ਸਾਰਾ ਕੁਛ ਹੋਇਆ ਵੇ। ਆਪਣੀਆਂ ਵੀ ਉਹਦੇ 6 ਹੈ ਸਨ। ਜਦੋਂ ਸਭ ਤੋਂ ਪਹਿਲੀ ਗੱਲ ਜਦੋਂ ਮੈਨੂੰ ਅਟੈਕ ਹੋਇਆ ਹੈ ਨਾ, ਤੇ ਮੈਂ ਹੌਸਪੀਟਲੋਂ ਆਈ ਹਾਂ, ਮੈਨੂੰ ਅੱਗੇ ਹੱਥ ਜੋੜੇ ਨੇ, ਕਿਸੇ ਕੁੱਤੇ ਦੀ ਪੁੱਤਰ ਅੱਗੇ ਹਰਾਮ ਦੀ ਅੱਗੇ ਆਪਣੇ ਵੀ ਉਹਦੇ ਵਿਚਾਰ ਨੇ, ਇੰਸ਼ਾਅੱਲਾ ਖੁਦਾ ਤੋਂ ਪਾਏ ਦੁਨੀਆ ਵੇਖੇ ਕਿ ਜ਼ੈਨਬ ਖੁਦਾ ਤੋਂ ਬਾਅਦ ਤੂੰ ਵੇਂ, ਜਿੱਥੇ ਤੇਰੀਆਂ ਨਨਾਣਾਂ ਸੋਹਣੀਆਂ ਨੇ ਨਾ ਉੱਥੇ ਇਹਨਾਂ ਨੂੰ ਉਲਟਾਉਣਾ ਹੈ। ਤੁਸੀਂ ਟੈਨਸ਼ਨ ਨਾ ਲਵੋ ਅੰਮੀ ਜੀ, ਤੁਸੀਂ ਟੈਨਸ਼ਨ ਨਾ ਲਵੋ। ਘਰ ਆਈ ਹਾਂ ਤੇ ਆਉਂਦਿਆਂ ਨੂੰ ਇਹ ਵਕੂਆ ਮਤਲਬ ਮੈਨੂੰ ਬੱਚੀ ਨੇ ਮਹਿਸੂਸ ਮੈਂ ਕੀਤਾ ਹੈ, ਮਹਿਸੂਸ ਕੀਤਾ ਵੀ 24 ਘੰਟੇ ਥ੍ਰੈਡ ਕੀਤਾ ਜਾਂਦਾ ਸੀ ਬੱਚਿਆਂ ਨੂੰ, 24 ਘੰਟੇ ਕੀਤਾ ਜਾਂਦਾ ਸੀ। ਬਸ ਹੁਣ ਮੇਰਾ ਆਰੀ ਤੇ ਪਹਿਲਾ ਲਫ਼ਜ਼ ਆਈ ਹੈ ਕਿ ਇਨਸਾਫ ਚਾਹੀਦਾ ਖੁਦਾ ਵਾਸਤੇ। ਅੱਛਾ, ਤੁਸੀਂ ਆਪਣੀ ਬੇਟੀਆਂ ਦੋਵਾਂ ਦੇ ਮੈਡੀਕਲ ਕਰਵਾਏ ਨਾ? ਕਰਵਾਏ ਨੇ ਭਾਈ। ਮੈਡੀਕਲ ਦੇ ਵਿੱਚ ਕੀ ਦੱਸਿਆ ਡਾਕਟਰਾਂ ਨੇ? ਇਹਨਾਂ ਕੁਛ ਵੀ ਨਹੀਂ ਦੱਸਿਆ, ਕੁਛ ਹੀ ਨਹੀਂ ਦੱਸਦੇ ਪਏ। 3 ਦਫ਼ਾ ਸਾਨੂੰ ਬੁਲਾਇਆ ਗਿਆ ਵੇ ਤੇ ਸਾਨੂੰ ਕੋਈ ਚੀਜ਼ ਨਹੀਂ ਵਿਖਾਈ, ਉਹਨਾਂ ਕੋਈ ਨਹੀਂ ਦੱਸੀ। ਬਸ ਉਸ ਮੈਡਮ ਦੇ ਮੱਥੇ ਲੱਗੋ ਤੇ ਉਹ ਆ ਰਿਹਾ ਤੇ ਉਹ ਜਾ ਰਿਹਾ ਹੈ। ਸਾਰਾ ਦਿਨ ਅਸੀਂ ਬਹਿ ਕੇ ਪ੍ਰੇਅਰ ਦੇ ਵਿੱਚ ਭਾਈ ਅਸੀਂ ਆਈ ਜਾਂਦੀਆਂ, ਭੁੱਖਣ ਭਾਣੇ ਜਾਏ ਤੇ ਭੁੱਖਣ ਭਾਣੇ ਆਈ ਦਾ ਵੇ, ਠੀਕ ਹੈ। ਤੇ ਕੋਈ ਸਾਨੂੰ ਕੋਈ ਲੱਤ ਬਾਂਹ ਨਹੀਂ ਫੜਾਉਂਦੇ ਪਏ ਭਾਈ। ਆ ਵੱਡਾ ਸ਼ੀਸ਼ੀ ਵੀ ਅਸਰ ਆ ਗਿਆ ਤੇ ਫਲਾਣਾ ਆ ਗਿਆ ਤੇ ਆਇਆ ਕੋਈ ਵੀ ਨਹੀਂ, ਸਾਡੇ ਮੱਥੇ ਕੋਈ ਨਹੀਂ ਲੱਗਦਾ ਪਿਆ। ਤੁਹਾਡੇ ਦੋਵੇਂ ਮੁਲਜ਼ਮ ਜਿਹੜੇ ਦੋਵੇਂ ਪਿਓ ਪੁੱਤਰ ਹੈਗੇ ਨੇ, ਪੁਲਿਸ ਨੇ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਹੈ ਕਿ ਹਜੇ ਆਜ਼ਾਦ ਹੈਗੇ ਨੇ? ਨਹੀਂ ਖਾਲੀ ਅਬਦੁਲ ਜਬਾਰ ਹੀ ਹੋਇਆ ਗ੍ਰਿਫਤਾਰ, ਤੇ ਉਹ ਬਾਬਰ ਨਹੀਂ ਹੋਇਆ। ਉਹਨੂੰ ਨਹੀਂ ਰਿਟ ਕਰਦੇ ਪਏ, ਕਿਹਾ 3-4 ਦਫ਼ਾ ਗਏ ਵੀ ਆ, ਫੋਨ ਵੀ ਕਰੀਦਾ, ਫੋਨ ਵੀ ਨਹੀਂ ਅਟੈਂਡ ਕਰਦੇ ਪਏ ਤੇ ਨਾ ਹੀ ਰਿਟ ਕਰਦੇ ਪਏ ਨੇ। ਇਹ ਤੁਰ ਜਾਂਗੇ ਚੱਲ ਜਾਂਗੇ ਸੀ। ਤੇ ਤੁਹਾਨੂੰ ਮੁਲਜ਼ਮ ਦੀ ਤਰਫੋਂ ਕੋਈ ਧਮਕੀਆਂ ਆ ਰਹੀਆਂ ਨੇ ਕਿ ਤੁਸੀਂ ਇਹ ਮੁਕੱਦਮਾ ਕਿਉਂ ਕਰਵਾਇਆ, ਜਾਂ ਜੋ ਕੁਝ ਕਹਿ ਰਹੇ ਹੋ ਝੂਠ ਹੈਗਾ? ਕੀ ਕਹਿੰਦੇ ਹੈਗੇ ਨੇ ਜਿਹੜੇ ਮੁਲਜ਼ਮ ਦੇ ਲਵਾਇਕੀਨ ਹੈਗੇ ਨੇ? ਇਹੋ ਹੀ ਕਹਿੰਦੇ ਪਏ ਨੇ ਕਿ ਜੋ ਤੁਹਾਡੇ ਕੋਲ ਬਣਦਾ ਤੁਸੀਂ ਕਰ ਲਵੋ ਤੇ ਬਾਹਰ ਮੈਂ ਆ ਜਾਣਾ, ਮੈਂ ਪੈਸੇ ਦੇ ਦੂ ਕੇ, ਠੀਕ ਹੈ। ਤੇ ਬਾਕੀ ਕੰਮ ਇੰਝ ਦੀਆਂ ਗੋਲੀਆਂ ਤੈਨੂੰ ਮੈਂ ਮਾਰ ਛੱਡਾਂਗਾ, ਸਾਰੀ ਜ਼ਿੰਦਗੀ ਤੇਰੀਆਂ ਭੈਣਾਂ ਲੈ ਕੇ ਤੈਨੂੰ ਵੀਲ ਚੇਅਰ ਤੇ ਫਿਰਨਗੀਆਂ, ਆਪਾਂ ਸਾਰਾ ਜੁਗੀਆਂ ਰਹਿਣਗੀਆਂ। ਤੇ ਮੈਂ ਹਾਂ ਜ਼ਿੰਦਾ ਹੀ ਕਰ ਛੜਿਆ ਈ। ਗਿੱਟੇ ਗੋਡਿਆਂ ਤੋਂ ਮੈਨੂੰ ਲੈ ਲੈ, ਸ਼ੂਗਰ ਦੀ ਮੈਂ ਮਰੀਜ਼ ਹਾਂ, ਬਲੱਡ ਪ੍ਰੈਸ਼ਰ ਦੀ ਮੈਂ ਮਰੀਜ਼ ਹਾਂ। ਕੋਈ ਐਸਾ ਹੌਸਪੀਟਲ ਜਿਹਨੂੰ ਮੇਰੇ ਵਕੂਵੇ ਦਾ ਪਤਾ ਨਾ ਹੋਵੇ। ਆ ਵੱਡੇ ਸਿਵਲ 'ਚ ਗਏ, ਉਹਨਾਂ ਵੀ ਮੈਨੂੰ ਜਵਾਬ ਦਿੱਤਾ, ਸਭ ਕੁਛ ਕਰਨ ਵਾਲਾ ਹੀ ਹੈ ਵੇ ਬੰਦਾ ਮੇਰਾ ਅਬਦੁਲ ਜਬਾਰ। ਤੁਹਾਡਾ ਆਪਰੇਸ਼ਨ ਕਿਸ ਚੀਜ਼ ਦਾ ਹੋਇਆ ਹੈ ਜੀ? ਵੱਡਾ ਆਪਰੇਸ਼ਨ ਹੋਇਆ, ਬੇਟੀ ਹੋਈ ਸੀ ਤੇ ਫੌਤ ਹੋ ਗਈ ਹੈ। ਤੇ ਉਹ ਵੀ ਜ਼ੁਲਮ ਇਸ ਬੰਦੇ ਦੇ ਪਏ ਨੇ ਮੇਰੇ ਤੇ। 9 ਮਹੀਨੇ ਡਾਕਟਰਾਂ ਨੇ ਮਨਾ ਕੀਤਾ, ਬਕਾਇਦਾ ਰਿਪੋਰਟ ਤੇ ਲਿਖ ਕੇ ਦਿੰਦੇ ਸਾਂ, ਲੇਕਿਨ ਸ਼ਰਾਬ ਪੀ ਲਓ, ਭੁੱਗੀ ਪੀ ਲਓ, ਟਾਈਮ ਵਾਲੀਆਂ ਗੋਲੀਆਂ ਖਾ ਲਓ, ਸਾਰਾ ਕੁਛ ਕਰ ਕਰਾ ਕੇ ਤੇ ਮੇਰੀ ਧੀ ਦੇ ਮੂੰਹ ਦੇ ਨਿਸਤ ਵੱਜ ਗਿਆ ਸੀ। ਤੇ ਜਦੋਂ ਮੈਂ ਬੱਚੀ ਵੇਖੀ ਹੈ ਤੇ ਵੇਖ ਕੇ ਮੈਂ ਪਹਿਲੀ ਬੱਚੀ ਵੀ ਮੇਰੀ ਇੰਝ ਤੋਂ ਫੌਤ ਕੀਤੀ, ਤੇ ਹੁਣ ਵੀ ਇਹਦਾ ਜ਼ਿੰਮੇਦਾਰ ਤੂੰ ਹੀ ਹੈ। ਤੇ ਮੈਂ ਇੰਝ ਝੋਲੀ ਚੁੱਕ ਕੇ ਮੈਂ ਅੱਲਾ ਤੂੰ ਇਨਸਾਫ ਕਰਨਾ, ਤੇ ਇਨਸਾਫ ਵਾਕਈ ਉਸੇ ਦਿਨ ਹੀ ਹੋ ਗਿਆ ਸੀ। ਹੁਣ ਤੁਸੀਂ ਕੀ ਚਾਹੁੰਦੇ ਹੋ, ਕੀ ਹੋਣਾ ਚਾਹੀਦਾ ਹੈ? ਮੁਲਜ਼ਮ ਜਿਹੜਾ ਆਜ਼ਾਦ ਹੈਗਾ ਉਹਨੂੰ ਪੁਲਿਸ ਕਿਉਂ ਨਹੀਂ ਗ੍ਰਿਫਤਾਰ ਕਰਦੀ ਪਈ? ਵੇਖੋ ਭਾਈ ਹੁਣ ਅਸੀਂ ਤੇ ਗਏ ਹਾਂ, ਸਾਨੂੰ ਜਦੋਂ ਬੁਲਾਇਆ ਗਿਆ ਅਸੀਂ ਗਏ ਹਾਂ, ਜਾਂਦੇ ਹਾਂ, ਟਾਈਮ ਦਿੰਦੇ ਹਾਂ, ਲੇਕਿਨ ਸਾਨੂੰ ਨਹੀਂ ਭਾਈ ਉਹ ਅੱਗੋਂ ਮਤਲਬ ਸਾਡੀ ਸੁਣਦੇ ਹੈ। ਸੁਬਾਹ ਨੂੰ ਜਾਈਦਾ 10-11 ਵਜੇ ਤੇ ਰਾਤ ਨੂੰ ਆਈਦਾ 2-3 ਵਜੇ 12 ਵਜੇ। ਇਹ ਆ ਰਹੇ ਨੇ, ਅੱਜ ਆ ਰਹੇ ਨੇ, ਬਸ ਤੁਸੀਂ ਬਵੋ, ਤੁਸੀਂ ਇੰਤਜ਼ਾਰ ਕਰੋ। ਯਾਨੀ ਕਿ ਪੁਲਿਸ ਤੁਹਾਡੇ ਨਾਲ ਕੋਈ ਤਾਵਨ ਨਹੀਂ ਕਰਦੀ ਪਈ ਜੀ? ਬਿਲਕੁਲ ਕਿਸੇ ਕਿਸਮ ਦਾ ਤਾਵਨ ਨਹੀਂ ਹੈ ਭਾਈ। ਕੋਈ ਗੱਲ ਕਰੋ ਵੀ ਨਾ ਤੇ ਅੱਗੋਂ ਆਪਣੀ ਸੁਣਾ ਕੇ ਤੇ ਅੱਖਾਂ ਕੱਢ ਕੇ ਤੇ ਬਸ ਗੱਲ ਖਤਮ ਕਰ ਛੱਡਦੇ ਨੇ। ਐਡੀ ਗਰਮੀ ਦੇ ਵਿੱਚ ਆਪਰੇਟ ਮੇਰਾ ਹੋਇਆ, ਮੈਂ ਆਪਣੇ ਆਪ ਤੋਂ ਹਵਾ ਜ਼ਰਾ ਲੱਤਾਂ ਮੇਰੀਆਂ ਕੰਬਦੀਆਂ, ਮੈਂ ਟੁਰਨ ਜੋਗੀ ਨਹੀਂ ਆ, ਨਾ ਮੈਂ ਇੱਥੇ ਕੋਈ ਦਵਾਈ ਦਾਰੂ ਕਰਾਇਆ ਬਾਈ। ਤੇ ਮੈਂ ਸਿਆਪਿਆਂ ਵਿੱਚ ਜਾਂਦੀ ਪਈ ਹਾਂ ਆਪਣੀ ਇੱਜ਼ਤ ਦੀ ਖਾਤਰ, ਤੇ ਇਨਸ਼ਾਅੱਲਾ ਮੇਰਾ ਅੱਲਾ ਚਾਹੇ ਤੇ ਇਨਸਾਫ ਹੋਣਾ ਹੀ ਹੋਣਾ ਵੇ। ਤੇ ਪਰ ਪੁਲਿਸ ਅੱਗੇ ਆਹ ਰਿਜ਼ਲਟ ਕਿ ਮਿਹਰਬਾਨੀ ਕਰਕੇ ਨਾ ਮੇਰੀ ਬੱਚੀਆਂ ਵਾਸਤੇ, ਮੇਰੇ वास्ते कोई इंसाफ कर दें बस। इस तो आगे मैं कुछ जी बिल्कुल नाज़रीन, आपने इस माँ का, इस हमारी बहन की सारी गुफ्तगू सुनी, और यकीन करें कि ऐसे रिश्तों पर अब एतबार उठ गया। अब अगर कोई आपको कहे कि ये आपका मुहाफिज है, ये शख्स आपका मुहाफिज हो सकता है, तो यकीन करें कि ऐसा बिल्कुल भी नहीं है। ये कोई झूठी कहानी नहीं है, ये कहानी कोई बनी बनाई नहीं है, ये आप बीतिया और ये हकीकत पर मबनी ये कहानी है कि एक सुतीले बाप ने अपने सगे बेटे के साथ मिलकर 2 मासूम बेटियों को
ज्यादती का निशाना बनाया। वो बेटियां अपनी माँ को इसलिए नहीं बताती थी कि वो उन्हें जान से मार देने की धमकियां देता था। मुलजम अभी तो सलाखों के पीछे है, पुलिस ने गिरफ्तार कर ली है, लेकिन वो अब भी इनको धमकियां दे रहा है। एक मुलजम जो इनका सुतेला बेटा है, जिसने अपने बाप के साथ मिलकर अपनी ही बहनों के साथ ज्यादती की, वो अभी भी आज़ाद घूम रहा है। पुलिस उसको गिरफ्तार करने से बिल्कुल भी गुरेजा है और इनको थाने बुला लेते हैं, सुबह से लेकर रात तक बिठाए रखते हैं। इनको थाने बुलाकर बिठाने का मकसद सिर्फ ये है कि हम इनको जलील करेंगे, हम इनको जलीलो रुसवा करेंगे, ताकि ये अपने मुकदमे की पैरवाई करना ही छोड़ दें। और फिर जब कोई गरीब इंसान इस तरह के जो लोग होते हैं, इस तरह का जो माफिया होता है, उनकी जो पैरवाई करते करते थक जाते हैं या उन्हें थका दिया जाता है, तो सोचे इंसाफ कहाँ होगा? क्या इनकी बेटियों को इंसाफ मिलेगा? क्या ऐसे दरिंदे जो हैं वो इसी तरह घूमते रहेंगे? क्या ऐसे दरिंदों को कानून कभी भी गिरफ्त में नहीं लाएगा और ऐसे दरिंदों को सजा नहीं दी जाएगी? अगर ऐसा है तो बिल्कुल हमें भी खामोश हो जाना चाहिए, लेकिन हम ऐसे वाकयात को रिपोर्ट करते रहेंगे, हम ऐसे लोगों की आवाज़ बनते रहेंगे, हम इनको इंसाफ दिलाने के लिए हर नामुमकिन कोशिश करेंगे। और पुलिस के आला अफसरान से गुजारिश है कि शर्म के नाखुन लें और होश के नाखुन लें कि आखिरकार ये आप क्या कर रहे हैं। एक शख्स जो जिसके खिलाफ ये मुकदमा दर्ज हो के जिसने ये तस्लीम कर लिया कि उसने अपनी बेटियों के साथ ज्यादती की, तो फिर पीछे कौन सी बात रह जाती है? अब इनको दर बदर जलीलो ख्वार करना, क्या ये आपका कानून आपको इजाज़त देता है? हम उस बच्ची का भी मौक़िफ़ आपके सामने रखेंगे जिसके साथ ये नाखुशगवार वाक़या पेश आया। अगली वीडियो में उस बच्ची के साथ भी आपकी मुलाकात करवाते हैं। तब तक के लिए अल्लाह निगहबान।